हेलो एंड वेलकम यू आर वाचिंग द स्टडी वीज़ा शो। मैं हाँ थोड़ी होस्ट थोड़े नाल सुखबीर के रावी तो मेरे नाल ने लैंडमार्क इमीग्रेशन तो RCICI मैंबर और इमीग्रेशन एक्सपर्ट जसप्रीत भाटिया जी। जसप्रीत जी थोड़ा बहुत बहुत स्वागत है। थैंक यू जी। ओके जसप्रीत जी ਅੱਜ मैं चाहती ਹਾਂ कि ਅਸੀਂ ਗੱਲ ਕਰੀਏ ਉਹਨਾਂ ਸਟੂਡੈਂਟਸ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਜੋ ਕਿ ਫੋਰਨ ਜਾਣਾ ਚਾਹੁੰਦੇ ਨੇ ਲੇਕਿਨ ਇਹ ਕਨਫਿਊਜ਼ਨ ਹੈ ਕਿ ਉੱਥੇ ਜਾ ਕੇ ਕਰਨਗੇ ਕੀ, ਉੱਥੇ ਜੌਬ ਦੀ ਕੀ ਓਪਰਚੁਨਿਟੀਜ਼ ਹੈ। ਇਹਨਾਂ ਸਟੂਡੈਂਟਸ ਨੂੰ ਜਾਂ ਇਹਨਾਂ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ? डेफिनेटली कैनेडा एक ਇਹੋ ਜਿਹਾ ਕੰਟਰੀ ਹੈ ਜਿੱਥੇ ਯੂ نو ਇਟਸ ਸੈਕੰਡ ਲਾਰਜੈਸਟ ਇਨ ਦ ਵਰਲਡ ਵੈਨ ਇਟ ਕਮਸ ਟੂ ਦੀ ਏਰੀਆ। ਸਭ ਤੋਂ ਵੱਡਾ ਲੈਂਡ ਸਾਈਜ਼ ਹੈਗਾ ਹੈ ਕੈਨੇਡਾ ਦਾ, ਸੈਕੰਡ ਲਾਰਜੈਸਟ ਇਨ ਦ ਵਰਲਡ। ਤੇ ਕੈਨੇਡਾ ਦੀ ਪੋਪੂਲੇਸ਼ਨ ਸਿਰਫ 37 ਮਿਲੀਅਨ ਹੈਗੀ ਹੈ। ਤਾਂ ਇਹਦਾ ਮਤਲਬ ਕਿ ਉਹਨਾਂ ਕੋਲ ਏਰੀਆ ਬਹੁਤ ਜ਼ਿਆਦਾ ਹੈ ਬਟ ਲੋਕ ਘੱਟ ਨੇ। ਇਸ ਕਰਕੇ that definitely brings you to a conclusion कि उत्थे jobs ਦੀਆਂ opportunities ਕਾਫੀ ਨੇ। ਅਗਰ ਤੁਸੀਂ ਮਿਹਨਤੀ ਹੋ, ਕੰਮ ਕਰਨ ਵਾਲੇ ਬੰਦੇ ਹੋ ਤਾਂ ਤੁਹਾਡੇ ਲਈ jobs ਦੀ ਉੱਥੇ ਕੋਈ ਕਮੀ ਨਹੀਂ ਹੋਏਗੀ and you will have plenty of jobs। ਟਾਕਿੰਗ ਅਬਾਊਟ ਕਿੱਦਾਂ ਦੀਆਂ ਜੌਬਸ, ਉੱਥੇ ਲੇਬਰ ਇੰਟੈਂਸਿਵ ਜੌਬਸ ਜਿਹੜੀਆਂ ਹੁੰਦੀਆਂ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਪੇ ਮਿਲਦੀ ਹੈ। ਦੇ ਆਰ ਗਿਵਿੰਗ ਲੋਟ ਆਫ ਪ੍ਰੈਫਰੈਂਸ। ਲੇਬਰ ਇੰਟੈਂਸਿਵ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਹਾਰਵੈਸਟਿੰਗ ਲੇਬਰ ਹੋਵੋਗੇ ਜਾਂ ਤੁਸੀਂ ਕਿਤੇ ਕੰਸਟਰਕਸ਼ਨ ਲੇਬਰ ਲੱਗੇ ਹੋਵੋਗੇ। ਫੋਰ ਐਗਜ਼ਾਮਪਲ ਤੁਸੀਂ ਅਗਰ ਉੱਥੇ ਬਿਊਟੀਸ਼ੀਅਨ ਹੋ, ਤੁਸੀਂ ਕਿਸੇ ਪਾਰਲਰ 'ਚ ਸਲੂਨ 'ਚ ਕੰਮ ਕਰਦੇ ਹੋ, ਹੇਅਰ ਆਰਟਿਸਟ ਹੋ ਤਾਂ ਤੁਹਾਡੇ ਮੇਕਅਪ ਆਰਟਿਸਟ ਹੋ, ਤੁਹਾਡੀ ਉੱਥੇ ਬਹੁਤ ਜ਼ਿਆਦਾ ਵੈਲਿਊ ਹੋਏਗੀ। ਐਨੀਬਡੀ ਹੂ ਇਜ਼ ਇਨਟੂ ਕੰਸਟਰਕਸ਼ਨ, ਐਨੀਬਡੀ ਹੂ ਇਜ਼ ਇਨਟੂ ਲੇਬਰ ਇੰਟੈਂਸਿਵ ਵਰਕ, ਤੁਸੀਂ ਸ਼ੈਫ ਹੋ, ਕੁਕ ਹੋ, ਤੁਹਾਡੇ ਵਰਗੇ ਲੋਕਾਂ ਦੀ ਉੱਥੇ ਬਹੁਤ ਇੰਪੋਰਟੈਂਸ ਹੋਏਗੀ। ਐਂਡ ਐਨੀਥਿੰਗ ਵਿਚ ਇਜ਼ ਨਾਟ ਮਕੈਨੀਕਲ ਇਜ਼ ਗਿਵਨ ਲੋਟ ਆਫ ਇੰਪੋਰਟੈਂਸ। ਹੁਣ ਆਪਾਂ ਗੱਲ ਕਰੀਏ ਦੂਜੇ ਤਰੀਕੇ ਦੀ ਜੌਬਸ ਦੀ, ਬਲੂ ਕਾਲਰ ਜੌਬਸ ਕਿਹਾ ਜਾਂਦਾ ਹੈ ਇਹ ਜੌਬਸ ਨੂੰ ਜਿਹੜੀਆਂ ਆਪਾਂ ਲੇਬਰ ਇੰਟੈਂਸਿਵ ਜੌਬ ਉੱਥੇ ਕਹਿੰਦੇ ਹਾਂ। ਦੂਜੀ ਆਪਸ਼ਨ ਆਪਣੇ ਕੋਲ ਹੈਗੀ ਹੈ ਵਾਈਟ ਕਾਲਰ ਜੌਬਸ। ਵਾਈਟ ਕਾਲਰ ਜੌਬਸ ਆਰ ਯੋਰ ਜੌਬਸ ਵਿਚ ਰਿਕੁਆਇਰ ਲੀਡਰਸ਼ਿਪ ਰੋਲ, ਸਪੈਸੀਫਿਕ ਟ੍ਰੇਡ, ਤੁਹਾਡੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਵਰਕਿੰਗ ਇਨ ਬੈਂਕਸ ਦੇ ਉੱਤੇ ਲੋਕਾਂ ਦੀ ਕਾਫੀ ਕਮੀ ਹੈ ਕੈਨੇਡਾ ਦੇ ਵਿੱਚ ਐਂਡ ਗੈਟਿੰਗ ਅ ਜੌਬ ਐਜ਼ ਅ ਬੈਂਕਿੰਗ ਪ੍ਰੋਫੈਸ਼ਨਲ ਇਜ਼ ਕੁਆਇਟ ਪੋਸੀਬਲ। ਅਤੇ ਅਗਰ ਤੁਹਾਡੇ ਕੋਲ ਬੈਂਕਿੰਗ ਐਕਸਪੀਰੀਅੰਸ ਇੰਡੀਆ ਦਾ ਹੈਗਾ ਹੈ ਸੋ ਯੂ ਕੈਨ ਐਕਸਪਲੋਰ ਦੋਜ਼ ਆਪਸ਼ਨਸ ਐਜ਼ ਵੈਲ। ਇਫ ਯੂ ਆਰ IT ਪ੍ਰੋਫੈਸ਼ਨਲ, excellent opportunities for IT professionals in Canada। ਇੱਕ ਮੈਂ ਇੱਥੇ ਗੱਲ ਐਡ ਕਰਨਾ ਚਾਹਾਂਗੀ, ਤੁਸੀਂ ਜਿੰਨੀ ਮਰਜ਼ੀ ਪੜ੍ਹਾਈ ਇੰਡੀਆ ਤੋਂ ਕੀਤੀ ਹੋਏ, ਆਊਟਸਾਈਡ ਕੈਨੇਡਾ ਕੀਤੀ ਹੋਏ, ਕੈਨੇਡਾ ਦੇ ਵਿੱਚ ਹਰ ਤਰੀਕੇ ਦਾ ਕੰਮ ਕਰਨ ਲਈ ਇੱਕ ਲਾਇਸੈਂਸ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਫੋਰ ਐਗਜ਼ਾਮਪਲ ਅਗਰ ਮੈਂ ਇਮੀਗ੍ਰੇਸ਼ਨ ਦਾ ਕੰਮ ਕੈਨੇਡਾ 'ਚ ਕਰਨਾ ਚਾਹੁੰਦੀ ਹਾਂ ਸੋ ਆਈ ਹੈਵ ਟੂ ਸਟੱਡੀ ਫॉर ਐਨ ਈਅਰ, ਗੈਟ ਮਾਈ ਲਾਇਸੈਂਸ ਐਂਡ ਗੈਟ ਗੋਇੰਗ ਵਿਦ ਇਟ। ਇਫ ਯੂ ਆਰ ਅ ਟੀਚਰ ਤੁਹਾਨੂੰ ਉੱਥੇ ਟੀਚਿੰਗ ਦਾ ਲਾਇਸੈਂਸ ਲੈਣਾ ਪਏਗਾ ਬਿਫੋਰ ਯੂ ਕੈਨ ਸਟੱਡੀ ਇਨ ਸਟਾਰਟ ਟੀਚਿੰਗ ਸਟੂਡੈਂਟਸ ਇਨ ਐਨੀ ਸਕੂਲ। Similarly, अगर तुसी real estate का काम करना चाहते हो, it is a very booming business in Canada right now, तो तानु उत्थे ओदा भी 2 साल का कोर्स करना पड़ेगा तो फिर तुसी अगे अपना जॉब ले सकते हो। Similar is the case with banking professionals। Banking professionals भी उत्थे जिवें आपां इंडिया च लाइसेंस लेने हाँ इंश्योरेंस का या म्यूचुअल फंड्स का, उदां ही तानु उत्थे जाके लाइसेंस लेने पैणगे हैं। ਤੁਹਾਡੇ ਇਨੀਸ਼ੀਅਲੀ ਜੌਬ ਤੁਹਾਨੂੰ ਮਿਲੇਗੀ ਤਾਂ ਹੋ ਸਕਦਾ ਹੈ ਕਿ ਘੱਟ ਪੈਕੇਜ 'ਤੇ ਮਿਲੇ ਬਟ ਸਰਵਾਈਵ ਤੁਸੀਂ ਕਰ ਜਾਓਗੇ, ਕੋਈ ਪ੍ਰੋਬਲਮ ਨਹੀਂ ਹੋਏਗੀ। ਬਟ ਜਿਵੇਂ ਜਿਵੇਂ ਤੁਸੀਂ ਲਾਇਸੈਂਸ ਲਈ ਜਾਓਗੇ ਉਵੇਂ ਤੁਹਾਡੇ ਜਿਹੜੇ ਓਪਰਚੁਨਿਟੀਜ਼ ਹੈ ਤੇ ਪੇ ਪੈਕੇजेस ਹੈ ਉਹ ਵੱਧਦੇ ਜਾਣਗੇ। ਜੀ ਬਿਲਕੁਲ। ਜਸਪ੍ਰੀਤ ਜੀ ਹੁਣ ਕੋਵਿਡ ਦੀ ਸਿਚੁਏਸ਼ਨ ਤੋਂ ਬਾਅਦ ਗਲੋਬਲੀ ਜਿਹੜੀ ਹੈ ਜੌਬਸ ਲੌਸ ਕੀਤੀਆਂ ਲੋਕਾਂ ਨੇ ਔਰ ਜੌਬਸ 'ਚ ਕਮੀ ਵੀ ਆਈ ਹੈ ਤੇ ਇਹ ਇੰਪੈਕਟ ਕੈਨੇਡਾ 'ਚ ਵੀ ਦਿਖਾਈ ਦੇ ਰਿਹਾ? बिल्कुल जॉब लॉस वाज अ मेजर हिट अक्रॉस द ग्लोब क्योंकि ऑफिसेज बंद हो गए, वर्क फ्रॉम होम हो गया, बिजनेसेस वेंट डाउन। तब सिमिलरली कनाडा सेम सिचुएशन सी, बहुत सारी कंपनीज के बिजनेसेस क्लोज हुए, बहुत सारे इंप्लॉयज़ की कट ऑफ की गई बहुत कंपनियां वालों। बट अगर आप इसकी फ्लिप साइड देखिए, इट कैन नॉट लास्ट फॉर एवर। असी देख रहे हैं कि हौली हौली सिचुएशन अक्रॉस द ग्लोब इंप्रूव हो रही है। इंडिया के अगर आप देखिए नंबर ऑफ केसेस आर ड्रॉपिंग एवरी अदर डे। तो इवेंचुअली इकोनॉमी ने पिकअप करना ही है, इवेंचुअली इकोनॉमी बूस्ट आना ही है। तुसी अगर देखो US की शेयर मार्केट भी देखो, दैट इज ऑल्सो डूइंग प्रिटी वेल राइट नाउ बिकॉज जो एक पॉजिटिव न्यूज़ चलेगी कि पीपल आर वैक्सीनेटेड एंड पीपल आर नाउ गेटिंग बैक टू जॉब्स, तो ऑटोमैटिकली जो ऑफिस खुलेंगे लोगों की लोड़ पेगी, काम बढ़ेगा एंड डेफिनेटली एम्प्लॉयमेंट इज गोइंग टू इंप्रूव। इकोनॉमी बूस्ट होनी ही होनी है इररिस्पेक्टिव ऑफ द कंडीशंस दैट वी आर करंटली इन। हाँ जी जसप्रीत जी, इंडिया की अगर असी गल करिए सो जोड़े लोग जॉब के लिए जॉब सर्च करते हैं या तो कंपनी टू कंपनी जाके अपना रिज्यूमे ड्रॉप करते हैं या फिर न्यूज़पेपर से सर्च करते हैं, कैनेडा च जोड़े लोग इत्थों जाते हैं उत्थे जॉब सर्च करने का की सिनेरियो है?
Job search Canada ਦੇ ਵਿੱਚ I would say is quite effective and easy, but ਆਪਾਂ ਇੱਥੋਂ ਜਦੋਂ ਜਾਂਦੇ ਹਾਂ ਸਾਨੂੰ knowledge ਨਹੀਂ ਹੁੰਦੀ ਕਿ ਆਪਾਂ first steps ਕਿਹੜੇ ਲਈਏ। ਸਭ ਤੋਂ ਪਹਿਲਾ step ਜਦੋਂ ਤੁਸੀਂ ਕੈਨੇਡਾ ਜਾਂਦੇ ਹੋ ਆਪਣਾ resume ਤੁਹਾਡਾ perfect ਹੋਣਾ ਬਹੁਤ ਜ਼ਰੂਰੀ ਹੈ as per Canadian standards। ਤੁਹਾਡੀਆਂ jobs and duties ਬਹੁਤ ਅੱਛੇ ਤਰੀਕੇ mention ਹੋਣੀਆਂ ਚਾਹੀਦੀਆਂ for all the jobs you have done। ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ 5 ਪੇਜ ਦੇ ਆਪਣਾ resume ਬਣਾ ਲਓ। Your resume should be very crisp, not more than 2 pages, maximum 2.5 pages। ਇਸ ਤੋਂ ਵੱਡਾ ਤੁਹਾਡਾ resume ਨਹੀਂ ਹੋਣਾ ਚਾਹੀਦਾ। You should always attach a cover letter along with your resume। ਜਦੋਂ ਤੁਸੀਂ ਕੈਨੇਡਾ 'ਚ ਕਿਤੇ ਵੀ ਜੌਬ ਅਪਲਾਈ ਕਰਦੇ ਹੋ cover letter is like a face to your resume ਕਿ ਬੰਦਾ ਤੁਹਾਡੀ ਇੰਟਰਵਿਊ on paper ਉਸੇ ਵੇਲੇ ਦੇਖ ਸਕਦਾ ਹੈ ਕਿ ਤੁਸੀਂ ਕੀ ਕੀਤਾ ਹੈ। ਤੁਸੀਂ ਦੱਸ ਸਕਦੇ ਹੋ why are you interested in joining that position। secondly ਤੁਸੀਂ ਹੁਣ ਜੌਬ ਕਿਵੇਂ ਲੱਗੋ। ਇੱਥੋਂ ਆਪਾਂ ਜਦੋਂ ਜਾਣਦੇ ਹਾਂ ਸਾਨੂੰ ਲੱਗਦਾ ਹੈ ਕਿ ਆਪਾਂ ਕਿਹੜੇ ਪਲੇਟਫਾਰਮਸ ਤੇ ਜੌਬ ਲੱਭੀਏ। there are two very important platforms in Canada ਜਿੱਥੇ ਆਪਾਂ ਜੌਬ ਦੇਖ ਸਕਦੇ ਹਾਂ। ਜਿਵੇਂ ਇੱਥੇ naukri.com ਹੈ, ਉੱਥੇ you have indeed.com। ਤੁਸੀਂ indeed ਦਾ ਐਪ ਡਾਊਨਲੋਡ ਕਰ ਸਕਦੇ ਹੋ। ਉੱਥੇ ਬਹੁਤ ਇਫੈਕਟਿਵ ਜੌਬਸ ਬਹੁਤ ਅੱਛੀਆਂ ਜੌਬਸ ਪੋਸਟ ਹੁੰਦੀਆਂ ਹੈ। you can see the ratings also of the employers and everything। second is Craigslist। ਤੁਸੀਂ ਉੱਥੇ ਜਾ ਕੇ ਵੀ ਆਪਣੀ ਜੌਬ ਸਰਚ ਕਰ ਸਕਦੇ ਹੋ। if you are looking forward to any kind of labor intensive jobs ਜਿਹੜੀਆਂ blue collar jobs ਹੈ odd jobs ਜਿਹੜੀਆਂ ਤੁਸੀਂ ਕਰਨਾ ਚਾਹੁੰਦੇ ਹੋ for extra hours or to begin with ਤੁਸੀਂ survival jobs ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੈਨੇਡਾ 'ਚ ਉਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ Facebook marketplace ਤੇ ਕਾਫੀ jobs ਲੱਗਦੀਆਂ ਤੁਸੀਂ ਉੱਥੇ ਕਿਸੇ ਨਾ ਕਿਸੇ ਨਾਲ ਟੱਚ ਬੇਸ ਬਣਾ ਸਕਦੇ ਹੋ। Kijiji ਇੱਕ ਹੋਰ ਐਪ ਹੈਗਾ ਜਿੱਥੇ ਤੁਸੀਂ jobs labor intensive ਦੇਖ ਸਕਦੇ ਹੋ। ਕਿਤੇ ਨਾ ਕਿਸੇ ਨੂੰ ਕੋਈ ਪੇਂਟਿੰਗ ਵਾਲ ਦੀ ਜੌਬ ਕਿਤੇ ਹੋਏਗੀ for part time ਹੈ। ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਜੌਬਸ ਲੱਗੀ ਹੋਣੀ ਤੁਸੀਂ ਜਾ ਕੇ ਉੱਥੇ 2-3 ਘੰਟੇ ਕੰਮ ਕਰ ਸਕਦੇ ਹੋ। very important platform ਜਿੱਥੇ ਤੁਸੀਂ ਆਪਣੀਆਂ jobs explore ਕਰ ਸਕਦੇ ਹੋ is LinkedIn। ਬਹੁਤ ਲੋਕੀ LinkedIn ਨੂੰ ਅਵੋਇਡ ਕਰਦੇ ਆ for that matter in India also। this is one platform ਜਿਹੜਾ ਤੁਹਾਡੀ networking 'ਚ ਬਹੁਤ help ਕਰਦਾ ਹੈ। you should always be very active on LinkedIn। ਆਪਣੀਆਂ job posting proper updated ਰੱਖੋ। ਆਪਣੇ interest ਦੇ ਲੋਕਾਂ ਨੂੰ connects ਭੇਜੋ ਤਾਂ ਕਿ you are in touch with them। for example ਤੁਸੀਂ ਅਗਰ ਮੈਂ ਇੱਕ ਛੋਟਾ ਜਿਹਾ example ਦਵਾਂਗੀ। ਆਪਾਂ Facebook YouTube ਤੇ Instagram ਤੇ ਸਾਰਾ ਦਿਨ ਰਹਿੰਦੇ ਹਾਂ। ਹੁਣ ਅਗਰ ਇਸ ਟਾਈਮ ਤੇ ਮੈਂ ਕੈਨੇਡਾ ਹੈਗੀ ਹਾਂ ਮੈਂ for example I want to be a part of a chef team। ਮੈਂ ਕਿਸੇ restaurant 'ਚ ਕੰਮ ਕਰਨਾ ਚਾਹੁੰਦੀ ਹਾਂ। so I am looking for a job on maybe Indeed। I'm not getting something। ਤੁਸੀਂ ਫੋਲੋ ਕਰੋ ਇਹ ਲੋਕਾਂ ਦੇ ਪੇजेस ਨੂੰ। ਫॉर एग्जांपल ਕੋਈ ਨਵਾਂ ਰੈਸਟੋਰੈਂਟ ਟਾਊਨ 'ਚ ਖੁੱਲਿਆ ਉਹਨੂੰ ਫੋਲੋ ਕਰੋ। ਉਹਨਾਂ ਕੋਲ ਡੈਫੀਨਿਟਲੀ ਜੌਬ ਦੀ ਰਿਕੁਆਇਰਮੈਂਟ ਹੋਏਗੀ। you will see posting of jobs on their Instagram pages। ਤਾਂ ਤੁਸੀਂ ਇੱਦਾਂ ਦੀ ਕੰਪਨੀਜ਼ ਨੂੰ ਫੋਲੋ ਕਰੋ। ਫॉर एग्जांपल ਤੁਸੀਂ ਅਗਰ CIC ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਕੈਨੇਡੀਅਨ ਬਾਰਡਰ ਸਰਵਿਸਿਜ਼ ਬਹੁਤ ਰੈਗੂਲਰਲੀ ਆਪਣੀ ਜੌਬ ਦੀਆਂ ਡਿਊਟੀਜ਼ ਪਾਉਂਦੀ ਹੈ ਜੌਬ ਵੈਕੈਂਸੀਜ਼ ਪਾਉਂਦੀ ਹੈ ਸਾਰੀਆਂ ਕੰਪਨੀਜ਼ ਪਾਉਂਦੀਆਂ ਹੈ। ਅਗਰ ਤੁਸੀਂ ਐਕਟਿਵਲੀ LinkedIn ਤੇ ਸੋਸ਼ਲ ਮੀਡੀਆ ਤੇ ਇਨਵੋਲਵ ਰਹੋਗੇ ਤਾਂ ਤੁਹਾਨੂੰ ਪਤਾ ਲੱਗਦਾ ਰਹੇਗਾ। ਐਂਡ ਲਾਸਟਲੀ ਆਈ ਥਿੰਕ ਆਪਾਂ ਜਦੋਂ ਇੰਡੀਆ ਤੋਂ ਜਾਂਦੇ ਹਾਂ ਅਸੀਂ ਪਿਛਲੇ ਵੀਡੀਓਜ਼ 'ਚ ਬਹੁਤ ਵਾਰ ਡਿਸਕਸ ਕੀਤੀ ਹੈ ਕਿ ਅਸੀਂ ਇੰਡੀਅਨ ਜਾ ਕੇ ਆਪਣੀ ਸੇਮ ਕਮਿਊਨਿਟੀ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੋਂ ਆਪਾਂ ਇੱਥੋਂ ਗਏ ਹਾਂ। ਦੈਟ ਇਜ਼ ਆਪਾਂ ਇੰਡੀਅਨਸ ਆ ਆਪਾਂ ਇੰਡੀਅਨਸ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ ਵਿਚ ਇਜ਼ ਐਬਸੋਲੂਟਲੀ ਫਾਈਨ। ਬਟ ਅਗਰ ਆਪਾਂ ਲਾਈਫ 'ਚ ਗਰੋ ਕਰਨਾ ਹੈ ਕੁਝ ਡਿਫਰੈਂਟ ਕਰਨਾ ਹੈ ਤਾਂ ਡਿਫਰੈਂਟ ਕਮਿਊਨਿਟੀ ਦੇ ਲੋਕਾਂ ਦੇ ਨਾਲ ਇੰਗੇਜ ਕਰਨਾ ਬਹੁਤ ਇੰਪੋਰਟੈਂਟ ਹੈ। ਯੂ ਨੈਵਰ ਨੋ ਤੁਸੀਂ ਕਿਸੇ ਕਮਿਊਨਿਟੀ ਪ੍ਰੋਗਰਾਮ ਦੇ ਵਿੱਚ ਇਨਵੋਲਵਡ ਹੋ ਤੁਸੀਂ ਕਿਸੇ ਮੀਟਅਪਸ 'ਚ ਜਾ ਰਹੇ ਹੋ YMCA 'ਚ ਤੁਸੀਂ ਕਿਸੇ ਕਮਿਊਨਿਟੀ ਦੇ ਵਿੱਚ ਜਾ ਕੇ ਯੂ ਵਰਕਿੰਗ ਆਊਟ ਯੂ ਮੀਟ ਡਿਫਰੈਂਟ ਪੀਪਲ। ਤਾਂ ਜਦੋਂ ਤੁਸੀਂ ਡਿਫਰੈਂਟ ਲੋਕਾਂ ਨੂੰ ਮਿਲਦੇ ਹੋ ਡਿਫਰੈਂਟ ਕਮਿਊਨਿਟੀਜ਼ ਤੋਂ ਮਿਲਦੇ ਹੋ ਤੁਸੀਂ ਆਪਣਾ ਨੈਟਵਰਕ ਬਣਾਉਂਦੇ ਹੋ ਐਂਡ ਯੋਰ ਜੌਬ ਓਪਰਚੁਨਿਟੀਜ਼ ਕੈਨ ਡੈਫੀਨਿਟਲੀ ਆਲਸੋ ਇੰਪਰੂਵ ਫਰਮ ਦੇਅਰ। ਜੀ ਬਿਲਕੁਲ ਤੇ ਉਹੀ ਹੈ ਕਿ ਲਰਨਿੰਗ ਔਰ ਗਰੋਇੰਗ ਵਾਸਤੇ ਹਮੇਸ਼ਾ ਆਪਸ਼ਨ ਖੁੱਲਾ ਰੱਖਣਾ ਚਾਹੀਦਾ ਹੈ ਔਰ ਜਿੰਨੇ ਜ਼ਿਆਦਾ ਡਿਫਰੈਂਟ ਕਲਚਰ ਦੇ ਲੋਕਾਂ ਨੂੰ ਤੁਸੀਂ ਮਿਲੋਗੇ ਉਨੀ ਜ਼ਿਆਦਾ ਤੁਹਾਡੀ ਪਰਸਨਲ ਗਰੋਥ ਵੀ ਹੋਏਗੀ। PR ਨੂੰ ਲੈ ਕੇ ਇੱਕ ਕੁਐਸਚਨ ਲੈ ਲੈਂਦੇ ਹਾਂ ਜਸਪ੍ਰੀਤ ਜੀ। PR ਦੇ ਏਜ ਲਿਮਿਟ ਬਾਰੇ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ। ਕਈ ਲੋਕ 30+ ਹੋ ਚੁੱਕੇ ਨੇ ਉਹਨਾਂ ਨੂੰ ਡਾਊਟ ਹੈ ਕਿ ਹੁਣ ਉਹ PR ਅਪਲਾਈ ਨਹੀਂ ਕਰ ਸਕਦੇ। ਇਜ਼ ਦੈਟ ਸੋ? That is not at all true। ਮੇਰੇ ਕੋਲ ਵੀ ਇਹੋ ਜਿਹੀਆਂ ਬਹੁਤ ਕੁਐਰੀਜ਼ ਆਉਂਦੀਆਂ ਜਿੱਥੇ 30-35 ਦੇ ਕਲਾਇੰਟਸ ਹੈਗੇ ਉਹਨਾਂ ਨੂੰ ਲੱਗਦਾ ਉਹ PR ਨਹੀਂ ਲਾ ਸਕਦੇ। ਬਟ ਡੈਫੀਨਿਟਲੀ ਆਈ ਵਿਲ ਲੈਟ ਯੂ ਨੋ ਕਿ ਏਜ ਕਿਵੇਂ ਇਫੈਕਟ ਕਰਦੀ ਹੈ ਆਪਣੇ ਕੰਪਰੀਹੈਂਸਿਵ ਰੈਂਕਿੰਗ ਸਕੋਰ 'ਚ। ਛੋਟਾ ਜਿਹਾ ਬਰੀਫ ਦਵਾਂਗੀ ਆਪਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਗਰ ਆਪਣਾ ਕ੍ਰੀਏਟ ਕਰਦੇ ਹਾਂ ਤਾਂ ਉਹਦੇ ਲਈ CRS ਸਕੋਰ ਸਾਨੂੰ ਕੈਲਕੂਲੇਟ ਕਰਨਾ ਪੈਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਕੰਪਰੀਹੈਂਸਿਵ ਰੈਂਕਿੰਗ ਸਕੋਰ। ਉਹ ਸਕੋਰ ਕੈਲਕੂਲੇਟ ਕਰਨ ਲਈ ਸਾਨੂੰ ਪੁਆਇੰਟਸ ਮਿਲਦੇ ਹੈ ਏਜ ਦੇ ਪੁਆਇੰਟਸ ਮਿਲਦੇ ਹੈ ਐਜੂਕੇਸ਼ਨ ਦੇ ਪੁਆਇੰਟਸ ਮਿਲਦੇ ਹੈ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਮਿਲਦੇ ਹੈ। ਤਾਂ ਏਜ ਦੇ ਪੁਆਇੰਟਸ ਕਿਵੇਂ ਇਫੈਕਟ ਹੁੰਦੇ ਆ। ਅਗਰ ਤੁਸੀਂ ਸਿੰਗਲ ਹੋ ਵਿਦਆਊਟ ਸਪਾਊਸ ਜਾ ਰਹੇ ਹੋ ਅੰਟਿਲ 29 ਇਅਰਸ ਆਫ ਏਜ ਤੁਹਾਨੂੰ 110 ਪੁਆਇੰਟਸ ਮਿਲਦੇ ਹਨ ਵਿਚ ਇਜ਼ ਯੋਰ ਮੈਕਸਿਮਮ ਪੁਆਇੰਟਸ 110 ਪੁਆਇੰਟਸ। ਲੇਕਿਨ ਅਗਰ ਤੁਸੀਂ ਮੈਰਿਡ ਹੋ ਉਹੀ ਤੁਹਾਡੇ 110 ਪੁਆਇੰਟ 100 ਪੁਆਇੰਟ ਰਹਿ ਜਾਂਦੇ ਹੈ।
Now the moment you touch 30 you lose 5 points. ਤੁਸੀਂ ਹੁਣ ਜਿਹੜੇ 110 ਪੁਆਇੰਟ ਆ ਤੁਹਾਡੇ 105 ਰਹਿ ਜਾਣਗੇ ਤੇ ਸਿੰਗਲ ਅਗਰ ਸਪਾਊਸ ਦੇ ਨਾਲ ਹੋ ਤਾਂ 99 ਰਹਿ ਜਾਣਗੇ। ऐदा ही करते करते ताकि अगर एज 31 हो गई you lose additional 5 points, 32 हो गई additional 5 points, but the moment you touch 46 you become ineligible because थानू कोई point नहीं मिलेगा apply करने दी, and as your points keep decreasing because of your age ता फिर obviously तारा जरा total score होएगा express entry profiles अपना CRS create करने दी और गिरदा चला जाएगा। इस करके ਅਸੀਂ ਕਹਿੰਦੇ ਆ ਕਿ ਇਸ ਟਾइम ਤੇ CRS ਸਕੋਰ 469 ਜਾ ਰਿਹਾ ਹੈ, ਕਟ ਆਫ 469 ਹੈ, ਤਾਂ ਜਿਹੜਾ 110 ਵਾਲਾ ਸਕੋਰ ਹੈ ਉਹ ਬਹੁਤ ਜ਼ਿਆਦਾ ਇੰਪੈਕਟ ਕਰਦਾ ਹੈ ਤੁਹਾਡੇ 469 ਵਾਲੇ ਸਕੋਰ ਨੂੰ। ਤੇ ਅਗਰ ਤੁਸੀਂ 35 36 ਹੁੰਦੇ ਹੋ ਯੂ ਆਲਰੇਡੀ ਲੌਸਟ 25 or 30 points because of your age। जी ओके, तो अर्लीयर जिन्नी अर्लीयर तुसी अप्लाई कर सकते हो उन्नी अर्लीयर तुहानू अप्लाई कर देना चाहिए इफ यू आर थिंकिंग अबाउट PR। एंड अगेन जसप्रीत जी क्वेश्चन वैक्सीनेशन नू लैके बड़ा डाउटफुल जिहा है कि जिहड़े लोग फुली वैक्सीनेटेड है उन्हां दे लई कह रहे हैं क्वारंटीन लिफ्ट हो जाएगा, इदां दी कुछ न्यूज़ सुनन च आ रही है, तो इहदे बारे की अपडेट है? Definitely, this is definitely a recommendation being made by the COVID expert advisory panel of Canada। Health Canada ਦਾ panel है ਜਿਹੜਾ COVID ਦੀ advisory issue ਕਰਦਾ ਹੈ, ਉਹਨਾਂ ਨੇ recommendation ਜ਼ਰੂਰ ਕੀਤੀ ਹੈ। There are 3 advisory recommendations being made by the panel। ਉਹਦੇ ਜੇ recommendation, I will repeat, it is not implemented as of now, it is just a recommendation by Health Canada, but if it's a recommendation definitely they will start looking into it and it can be implemented soon। one of them is कि अगर तुसी fully vaccinated traveler होगे तो तानू you are not required to do quarantine and तुसी अपना certificate दिखाओगे vaccination, then you will be allowed in the country। second is अगर तानू एक vaccine लगी है, एक dose लगी है, दूसरी dose ताड़ी pending है तो तानू उतना quarantine करना पड़ेगा जब तक ताड़ी negative COVID की result नहीं आ जाता। once you have your negative COVID report you can end your quarantine and lead your life normally in Canada। third ये है कि अगर तुसी ताड़े को ना vaccination है ना you don't have any of these options, then obviously तानू सारा कुछ करना पड़ेगा quarantine वगैरह। there's another advisory there's another recommendation that has been made by the advisory is कि जरा होटल क्वारंटीन है उनको शायद स्क्रैप कर दिया जाएगा आफ्टर June 21st। so that is something which is highly possible because it is being criticized a lot at all levels in Canada। so these are all the recommendations being made by Health Canada, the advisory panel of which is handling the COVID situation। ਉਹਨਾਂ ਦੀਆਂ recommendations ਹੈਗੀਆਂ, ਤੁਸੀਂ online ਜਾ ਕੇ ਵੀ ਪੜ੍ਹ ਸਕਦੇ ਹੋ, but as I said again, I will repeat, it is not implemented as of now। but then we can look forward to some good news coming in future। इस करके मैं सारे ਨੂੰ यही गाइड करांगी अपनी वैक्सीनेशंस करा लो। all those international students ਜਿਹੜੇ ਕਿ ਅਵੇਟ ਕਰ ਰਹੇ ਕੈਨੇਡਾ ਜਾਣ ਦੀਆਂ, get your vaccinations done, at least ਤੁਹਾਡੇ ਕੋਲ ਸਰਟੀਫਿਕੇਟ ਹੋਏਗਾ ਤਾਂ ਕੱਲ ਨੂੰ ਅਗਰ ਇਹ ਚੀਜ਼ ਇੰਪਲੀਮੈਂਟ ਹੋ ਗਈ ਤਾਂ ਤੁਹਾਨੂੰ ਸਿਰਫ ਵੈਕਸੀਨੇਸ਼ਨ ਕਰਕੇ ਇਹ ਨਾ ਹੋਏ ਕਿ ਤੁਸੀਂ ਕੈਨੇਡਾ ਨਾ ਜਾ ਪਾਓ। ਤੇ ਇਸ ਕਰਕੇ I would recommend each and every one of you to get yourself vaccinated and get your certificates in place। ਜੀ ਬਿਲਕੁਲ, ਤੇ ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਸਿਚੁਏਸ਼ਨ ਹੌਲੀ ਹੌਲੀ ਜਿਹੜੀ ਹੈ ਜਸਪ੍ਰੀਤ ਜੀ ਉਹ ਨਾਰਮਲ ਹੁੰਦੀ ਜਾ ਰਹੀ ਹੈ, ਉਹ ਪੋਜ਼ਿਟਿਵ ਸਾਈਨਸ ਨਜ਼ਰ ਆ ਰਹੇ ਨੇ। ਸੋ ਜੂਨ ਦਾ ਮਹੀਨਾ ਐਂਡ ਤੱਕ ਹੋਰ ਵੇਟ ਕਰਨ ਦੀ ਜ਼ਰੂਰਤ ਹੈ, ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਹੋਰ ਸਾਹਮਣੇ ਕਲੀਅਰ ਨਿਕਲ ਕੇ ਆਉਣਗੀਆਂ ਔਰ ਪੋਸੀਬਿਲਿਟੀਜ਼ ਹੋਰ ਜ਼ਿਆਦਾ ਵੱਧ ਜਾਣਗੀਆਂ। ਅਗਰ ਤੁਹਾਡੀ ਕੋਈ ਕੁਐਰੀ ਹੈ, ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਹਾਡੇ ਟੀਵੀ ਸਕਰੀਨ ਤੇ ਦਿੱਤਾ ਗਿਆ। ਜਸਪ੍ਰੀਤ ਮੈਮ ਦੇ ਨਾਲ ਤੁਸੀਂ ਪਰਸਨਲੀ ਕੰਟੈਕਟ ਕਰ ਸਕਦੇ ਹੋ, ਜਸਪ੍ਰੀਤ ਮੈਮ ਦਾ ਪਰਸਨਲ WhatsApp ਨੰਬਰ ਟੀਵੀ ਸਕਰੀਨ ਤੇ ਦਿੱਤਾ ਗਿਆ ਔਰ ਤੁਸੀਂ ਈਮੇਲ ਦੇ ਰਾਹੀਂ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਸਾਡੀ ਟੀਮ ਆਲਵੇਜ਼ ਤੁਹਾਡੇ ਈਮੇਲਸ ਆਨਸਰ ਕਰਨ ਵਾਸਤੇ ਤਿਆਰ ਹੈ। ਤੇ ਇਸ ਸ਼ੋਅ ਦੇ ਵਿੱਚ ਆਉਣ ਵਾਸਤੇ ਔਰ ਇਨੀ ਇਨਫੋਰਮੇਸ਼ਨ ਦੇਣ ਵਾਸਤੇ ਜਸਪ੍ਰੀਤ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ। ਥੈਂਕ ਯੂ।